ਸਟਾਰਟਅਪ ਵਿੱਚ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ, ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ। ਇੱਕ ਵਾਰ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹਾਂ ਸਟਾਰਟਅਪ ਦਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਸਟਾਰਟਅਪ ਦੇ ਵਿੱਚ ਹਮੇਸ਼ਾ ਅਸੀਂ ਤੁਹਾਡੇ ਨਾਲ ਜਿਹੜੇ ਕਰੰਟ ਇਸ਼ੂਜ਼ ਨੇ ਉਹਨਾਂ ਦੇ ਬਾਰੇ, ਉਹਨਾਂ ਦੇ ਸੰਬੰਧ ਵਿੱਚ ਗੱਲਬਾਤ ਕਰਦੇ ਹਾਂ, ਚਰਚਾ ਕਰਦੇ ਹਾਂ। ਸੋ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਰਸ਼ੀਆ ਅਤੇ ਯੂਕਰੇਨ ਦਾ ਮਸਲਾ ਲਗਾਤਾਰ ਭਖਿਆ ਹੋਇਆ ਹੈ। ਰਸ਼ੀਆ ਅਜੇ ਵੀ ਲਗਾਤਾਰ ਯੂਕਰੇਨ 'ਤੇ ਹਮਲੇ ਕਰ ਰਿਹਾ ਹੈ। ਸੋ ਇਸ ਵਿਸ਼ੇ 'ਤੇ ਅੱਜ ਫਿਰ ਗੱਲਬਾਤ ਕਰਾਂਗੇ। ਮੇਰੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ ਹਰਕੀਰਤ ਜੀ, ਅਤੇ ਉਹ ਇਸ ਚਰਚਾ ਦੇ ਵਿੱਚ ਮੇਰਾ ਅੱਜ ਸਾਥ ਦੇਣਗੇ। ਹਰਕੀਰਤ ਜੀ, ਤੁਹਾਡਾ ਸਵਾਗਤ ਹੈ ਜੀ। ਥੈਂਕ ਯੂ ਸਿਮਰਤ ਜੀ। ਅੱਛਾ ਹਰਕੀਰਤ ਜੀ, ਆਪਾਂ ਪਿਛਲੇ ਐਪੀਸੋਡ 'ਚ ਵੀ ਇਸੇ ਇਸ਼ੂ 'ਤੇ ਗੱਲ ਕੀਤੀ ਸੀ, ਕਿਉਂਕਿ ਕਾਫੀ ਭਖਮਾ ਜਿਹੜਾ ਮੁੱਦਾ ਹੈ। ਤਕਰੀਬਨ ਜੇ ਕਿਹਾ ਜਾਵੇ ਤੀਸਰੀ ਸੰਸਾਰ ਜੰਗ ਤਾਂ ਨਹੀਂ ਲੱਗੀ, ਪਰ ਜਿਹੜਾ ਪੂਰੀ ਦੁਨੀਆ ਇਹ ਦੋ ਹਿੱਸਿਆਂ ਵਿੱਚ ਵੰਡੀ ਗਈ ਹੈ। ਅਤੇ ਕੁਝ ਜਿਹੜੇ ਦੇਸ਼ ਨੇ ਉਹ ਰਸ਼ੀਆ ਦੀ ਸਪੋਰਟ ਕਰ ਰਹੇ ਨੇ, ਬਹੁਤੇ ਦੇਸ਼ ਨੇ ਜਿਹੜੇ ਉਹ ਨਾਟੋ ਦੀ ਜਾਂ ਜਿਹੜੇ ਅਮਰੀਕਨ ਸਪੋਰਟਡ ਦੇਸ਼ ਨੇ ਉਹਨਾਂ ਦੀ ਸਪੋਰਟ ਕਰ ਰਹੇ ਨੇ। ਸੋ ਕਾਫੀ ਜਿਹੜਾ ਮਸਲਾ ਗੁੰਝਲਦਾਰ ਬਣ ਗਿਆ। ਹੁਣ 6ਵਾਂ ਦਿਨ ਲਗਾਤਾਰ ਜਿਹੜਾ ਲੜਾਈ ਚੱਲ ਰਹੀ ਹੈ। ਸੋ ਰਸ਼ੀਆ 'ਤੇ ਲਗਾਤਾਰ ਜਿਹੜੀਆਂ ਬਹੁਤ ਸਾਰੇ ਦੇਸ਼ਾਂ ਨੇ ਸੈਂਕਸ਼ਨਸ ਵੀ ਲਾ ਦਿੱਤੀਆਂ ਨੇ, ਪਾਬੰਦੀਆਂ ਲਾ ਦਿੱਤੀਆਂ ਨੇ। ਸੋ ਪਰ ਜਿਹੜੀ ਲੜਾਈ ਅਜੇ ਜਾਰੀ ਹੈ। ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਹਾਲ ਦੀ ਘੜੀ ਦੇ ਵਿੱਚ ਕੀ ਸਿਨੈਰੀਓ ਹੈ ਸਾਰਾ? ਸਿਮਰਤ ਜੀ, ਜਦ ਇਹ ਸ਼ੁਰੂ ਹੋਇਆ ਸੀ ਸਾਰਾ ਅਟੈਕ ਪੁਤਿਨ ਸਾਹਿਬ ਨੇ ਕੀਤਾ, ਹਾਂਜੀ, ਲੇਕਿਨ ਆਪਾਂ ਇਸ 'ਤੇ ਹਮੇਸ਼ਾ ਪਹਿਲਾਂ ਪ੍ਰੋਗਰਾਮ ਵੀ ਕਰਦੇ ਸੀ, ਔਰ ਹਮੇਸ਼ਾ ਮੈਂ ਕਹਿੰਦਾ ਹੁੰਦਾ ਸੀ ਕਿ ਪੁਤਿਨ ਸਾਹਿਬ ਨੂੰ ਬਹੁਤ ਇਹ ਜੋ ਪਲੈਨਿੰਗ ਕਰਕੇ ਜੋ ਕਰਨਗੇ, ਕਿਉਂਕਿ ਜਦ ਮੈਂ ਥੋੜ੍ਹੀ ਜਿਹੀ ਰਿਸਰਚ ਕੀਤੀ ਤਾਂ ਉਹ ਜਦ ਵਿੰਟਰ ਓਲੰਪਿਕਸ ਚੱਲ ਰਹੀਆਂ ਸੀ ਚਾਈਨਾ, ਹਾਂਜੀ, ਤਾਂ ਉਸ ਟਾਈਮ ਤੋਂ ਹੀ ਉਹਨਾਂ ਦੀ ਪਲੈਨਿੰਗ ਸਾਰੀ ਇਹ ਚੀਜ਼ ਚੱਲ ਰਹੀ ਸੀ ਸਾਰਾ ਕੁਛ। ਔਰ ਅਲਟੀਮੇਟਲੀ ਜਦ ਉਹਨਾਂ ਨੇ ਉੱਥੇ ਆਪਣੀਆਂ ਫੌਜਾਂ ਭੇਜੀਆਂ ਅਤੇ ਡੌਨਬਾਸ ਦੇ ਇਲਾਕੇ ਵਿੱਚ, ਜਿਹੜਾ ਪਹਿਲਾਂ ਉਹਨਾਂ ਨੇ ਸੁਤੰਤਰ ਕੋਸ਼ਿਸ਼ ਕਰ ਦਿੱਤਾ ਸੀ, ਹਾਂਜੀ ਹਾਂਜੀ, ਸੋ ਇਟ ਵਾਜ਼ ਅ ਪਲਾਨ ਆਫ ਲੌਂਗ ਟਰਮ ਸਟ੍ਰੈਟਜੀ, ਜਿਹੜਾ ਕਿ ਪੁਤਿਨ ਸਾਹਿਬ ਬਹੁਤ ਸਾਲਾਂ ਤੋਂ ਇਸ ਚੀਜ਼ ਨੂੰ ਮੇਰੇ ਖਿਆਲ ਇਹ ਵੀ ਗੱਲ ਸਾਹਮਣੇ ਆਈ ਹੈ ਵੀ ਚਾਈਨਾ ਵੀ ਮੈਨੇ ਵੀ ਸ਼ਾਇਦ ਕਿਹਾ ਸੀਗਾ ਰਸ਼ੀਆ ਨੂੰ ਵੀ ਜਿਹੜੀ ਓਲੰਪਿਕਸ ਨੂੰ ਲੰਘ ਲੈਣ ਦਿਓ ਜੇ ਇਸ ਤਰ੍ਹਾਂ ਦੀ ਕੋਈ ਕਾਰਵਾਈ। ਹਾਂਜੀ ਬਿਲਕੁਲ, ਇਹ ਸਾਰੀਆਂ ਗੱਲਾਂ ਤਾਂ ਹੈ, ਬਿਲਕੁਲ ਇਸ ਗੱਲ ਸਹੀ ਸੀ। ਤਾਂ ਹੀ ਜਦ ਉੱਥੇ ਆਪਸ ਵਿੱਚ ਦੀ ਮੀਟਿੰਗ ਹੋਈ ਸੀ ਤਦ ਉਹਨਾਂ ਨੇ ਕਿਹਾ ਸੀ ਠੀਕ ਹੈ, ਓਲੰਪਿਕਸ ਨਿਕਲ ਲੈਣ ਤੋਂ ਉਸ ਤੋਂ ਬਾਅਦ ਜੋ ਵੀ ਤੁਸੀਂ ਕਾਰਵਾਈ ਕਰਨੀ ਉਹ ਕਰੋ। ਲੇਕਿਨ ਅਲਟੀਮੇਟਲੀ ਜਦ ਇਹ ਚੀਜ਼ ਹੋਈ ਤਾਂ ਇਹ ਚੀਜ਼ ਦੇਖਣ ਨੂੰ ਬਹੁਤ ਇੰਪੋਰਟੈਂਟ ਦੇਖਣ ਵਾਲੀ ਹੈ ਕਿ ਇਹ ਸਾਰੀ ਚੀਜ਼ ਦਾ ਜਿਹੜਾ ਬੈਕਗਰਾਊਂਡ ਹੈ, ਇਹ ਬੈਕਗਰਾਊਂਡ ਕਿਉਂ ਹੈ, ਕੀ ਹੈ, ਕੋਈ ਵੀ ਚੀਜ਼ ਹੈਗੀ ਆ। ਹੁਣ ਜਿਹੜਾ ਨੈਟੋ ਦਾ UN ਦਾ ਜਿਹੜਾ ਆਰਟੀਕਲ 7 ਹੈ, ਉਹਦੇ ਮੁਤਾਬਿਕ ਕੋਈ ਵੀ ਇੱਕ ਸੋਵਰੇਨ ਕੰਟਰੀ ਹੈ, ਉਹਦਾ ਕੋਈ ਹਿੱਸਾ ਕਿਸੇ ਹੋਰ ਮੁਲਕ ਨੂੰ ਜਾਂ ਕਿਸੇ ਨੂੰ ਵੀ ਆਪਣੇ ਗੁਆਂਢੀ ਮੁਲਕ ਨੂੰ ਇਹ ਕਹਿੰਦਾ ਕਿ ਸਾਨੂੰ ਮਦਦ ਦੀ ਲੋੜ ਹੈ, ਤਾਂ ਉਹ ਮਦਦ ਉਹਨੂੰ ਉਹ ਕਰ ਸਕਦਾ ਹੈਗਾ। ਇਹ ਆਰਟੀਕਲ ਦਾ ਜਿਹੜਾ ਫਾਇਦਾ ਲੈ ਕੇ ਹੀ ਅਮਰੀਕਾ ਨੇ, ਚਾਹੇ ਉਹ ਸੀਰੀਆ ਕਹਿ ਲਓ, ਚਾਹੇ ਉਹ ਇਰਾਕ, ਪਲੱਸ ਵੀਅਤਨਾਮ, ਅਫਗਾਨਿਸਤਾਨ, ਫਿਰ ਆ ਜਿਹੜਾ ਲੇਟੈਸਟ ਇਜਿਪਟ ਜਿੱਥੇ ਵੀ ਇਹ ਹੋਇਆ ਸੀ, ਇਹ ਸਾਰੀ ਇਹ ਜਗ੍ਹਾ 'ਤੇ ਉੱਥੇ ਉਹਨਾਂ ਨੇ ਆਪਣਾ ਕਾਰਵਾਈ ਕੀਤੀ ਹੈ। ਸੋ ਜੇ ਅੱਜ ਪੁਤਿਨ ਸਾਹਿਬ ਉੱਥੇ ਇਹ ਕਾਰਵਾਈ ਕਰ ਰਹੇ ਹੈ ਨੇ ਤਾਂ ਉਹ ਆਪਣੇ ਹਿਸਾਬ ਨਾਲ ਬਿਲਕੁਲ ਸਹੀ ਨੇ। ਲੇਕਿਨ ਹੁਣ ਯੂਕਰੇਨ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਸਾਡਾ ਇਸ ਕੀ ਫਾਇਦਾ, ਕੀ ਨੁਕਸਾਨ ਹੈ। ਕਿਉਂਕਿ ਜੇ ਯੂਕਰੇਨ, ਉਹਨਾਂ ਨੇ ਕਿਹਾ ਕਿ ਠੀਕ ਹੈ ਜੀ ਅਸੀਂ ਨੈਟੋ ਦਾ ਹਿੱਸਾ ਬਣਨਾ ਚਾਹੁੰਦੇ ਹੈਗੇ ਹਾਂ, ਸੋ ਜੇ ਨੈਟੋ ਦੇ ਹਿੱਸਾ ਬਣ ਜਾਂਦੇ ਨੇ ਉਹ, ਤਾਂ ਨੈਟੋ ਦੇ ਨਾਲ ਜਿੰਨੇ ਮੈਂਬਰ ਹੈ ਨੇ ਉਹ ਸਪੋਜ਼ 25 ਕੰਟਰੀ ਨੈਟੋ ਦੇ ਮੈਂਬਰ ਹੈਗੇ ਨੇ, ਤਾਂ ਉਹਨਾਂ ਨੂੰ ਹੱਕ ਬਣ ਜਾਂਦਾ ਹੈ ਕਿ ਉਹ ਆਪਣੀ ਫੌਜ ਉੱਥੇ ਲਾ ਸਕਦੇ ਨੇ। ਤਾਂ ਕੋਈ ਵੀ ਕੰਟਰੀ ਇਹ ਨਹੀਂ ਚਾਹੇਗਾ ਕਿ ਸਾਡੇ ਦੁਸ਼ਮਣ ਸਾਡੇ ਇਕੱਠੇ ਹੋ ਕੇ ਸਾਡੇ ਗੁਆਂਢ ਵਿੱਚ ਜਾ ਕੇ ਉਹ ਇੱਕ ਜਮਾਵੜਾ ਇਕੱਠਾ ਕਰ ਲੈਣ ਜਾਂ ਸਾਡੇ ਖਿਲਾਫ ਉੱਥੇ ਕੋਈ ਵੀ ਚੀਜ਼ ਕਾਰਵਾਈ ਕੀਤੀ ਜਾ ਸਕਦੀ ਹੋਵੇ। ਤਾਂ ਪੁਤਿਨ ਸਾਹਿਬ ਦਾ ਮਸਲਾ ਹੀ ਇਹੀ ਹੈ। ਉਹਨਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਇਹ ਕਹਿੰਦੇ ਨੇ ਕਿ ਯੂਕਰੇਨ ਨੂੰ ਨੈਟੋ ਦਾ ਹਿੱਸਾ ਨਾ ਬਣਾਇਆ ਜਾਵੇ, ਕਿਉਂਕਿ ਜੇ ਉਹ ਨਹੀਂ ਬਣੇਗਾ ਜਦ ਤੱਕ ਉਹ ਇਕੱਲਾ, ਠੀਕ ਹੈ ਉਹ ਕੁਛ ਨਹੀਂ ਕਹਿ ਰਹੇ ਸੀ, ਕਿਉਂਕਿ ਕਿਸੇ ਵਨਸ ਅਪੋਨ ਅ ਟਾਈਮ ਪੁਰਾਣੀ ਜਦ ਇਕੱਠੇ ਹੁੰਦੇ ਸੀ, USSR ਹੁੰਦਾ ਸੀ, ਤਾਂ ਜਿਹੜਾ ਯੂਕਰੇਨ ਹੈ ਇਹਦੇ ਵਿੱਚ ਬਹੁਤ ਸਾਰੀ ਡਿਵੈਲਪਮੈਂਟ ਜਿਹੜੀ ਰਸ਼ੀਆ ਨੇ ਕੀਤੀ ਸੀ। ਹਾਂ, ਕਿਉਂਕਿ ਜੋ ਇਹ ਆਮ ਸੀਗਾ, ਪੱਕਾ ਸੀ ਇਹ ਵੀ ਜਦੋਂ USSR ਹੁੰਦਾ ਸੀਗਾ ਯੂਕਰੇਨ ਸਾਰਿਆਂ ਨੂੰ ਡਿਵੈਲਪ ਇੱਕ ਖਿੱਤਾ ਹੁੰਦਾ ਸੀ। ਹਾਂਜੀ, ਈਵਨ ਰਸ਼ੀਆ ਨੇ ਬਹੁਤ ਜ਼ਿਆਦਾ ਉੱਥੇ ਡਿਵੈਲਪਮੈਂਟ, ਚਾਹੇ ਉਹ ਈਵਨ ਜਿਹੜੇ ਉੱਥੇ ਵਾਰਸ਼ਿਪਸ ਬਣਦੇ ਸੀ ਉਹਦੀ ਫੈਕਟਰੀ ਉੱਥੇ ਹੈਗੀ ਸੀ, ਜਿਹੜੀ ਉੱਥੇ ਦੇ ਟੈਂਕਸ ਬਣਦੇ ਨੇ, ਜਾਂ ਈਵਨ ਜਿਹੜੀ ਉੱਥੇ ਦੇ ਆਪਣਾ ਮਿਜ਼ਾਈਲਸ ਬਣਦੀਆਂ ਨੇ, ਗਨਸ ਬਣਦੇ ਨੇ, ਸ਼ਿਪਸ ਬਣਦੇ ਨੇ, ਤਾਂ ਵਾਰਸ਼ਿਪਸ ਬਣਦੇ ਨੇ, ਉਹ ਵੀ ਸਾਰੇ ਉੱਥੇ ਹੀ ਬਣਦੇ ਸੀ। ਤਾਂ ਇਨਡਾਇਰੈਕਟਲੀ ਉੱਥੇ ਬਹੁਤ ਜ਼ਿਆਦਾ ਡਿਵੈਲਪਮੈਂਟ ਵੀ ਕੀਤੀ ਗਈ ਸੀ। ਔਰ ਵੈਸੇ ਵੀ ਜਿਹੜੀ ਪ੍ਰੋਡਕਸ਼ਨ ਹੈ, ਹੁਣ ਕਣਕ ਹੈ, ਉਹਦਾ ਇੱਕ ਖਿੱਤਾ ਹੈ ਜਿਹਨੂੰ ਬ੍ਰੈਡ ਬਾਸਕਟ ਆਫ ਦਾ ਵਰਲਡ ਕਹਿੰਦੇ ਨੇ, ਉੱਥੇ ਇੰਨੀ ਕਣਕ ਦੀ ਜ਼ਿਆਦਾ ਪੈਦਾਵਾਰ ਹੁੰਦੀ ਹੈਗੀ ਹੈ।
ਸੋ ਲੇਕਿਨ ਉਹ ਜਦ ਤੱਕ ਯੂਕਰੇਨ ਨੇ ਕਦੇ ਨਹੀਂ ਚਾਹਿਆ ਸੀ ਕਿ ਯੂਕਰੇਨ ਇਹ ਕਹਿੰਦਾ ਨਹੀਂ ਸੀ ਕਿ ਮੈਂ ਨਾਟੋ ਦਾ ਹਿੱਸਾ ਬਣਨਾ, ਜਦ ਤੱਕ ਪੁਤਿਨ ਸਾਹਿਬ ਨੂੰ ਰਸ਼ੀਆ ਨੂੰ ਕੋਈ ਪ੍ਰੋਬਲਮ ਨਹੀਂ ਸੀ। ਲੇਕਿਨ ਜਿੱਥੇ ਹੀ ਯੂਕਰੇਨ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਨਾਟੋ ਦਾ ਹਿੱਸਾ ਬਣਨਾ ਹੈ, ਉੱਥੇ ਹੀ ਉਹਨਾਂ ਨੂੰ ਇਹ ਦੇਖੋ ਇਹ ਗੱਲ ਹੁੰਦੀ ਹੈ, ਕੋਈ ਵੀ ਬੰਦਾ ਹੈ ਜਦ ਤੁਸੀਂ ਉਹਨੂੰ ਡਰਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹ ਆਪਣੇ ਕਾਰਵਾਈ ਤਾਂ ਆਪਣੇ ਬਚਾਅ ਵਾਸਤੇ ਕਰੋਗੇ ਕਰੋਗੇ। ਹਾਂਜੀ ਬਿਲਕੁਲ। ਤੇ ਇਹ ਜਿਹੜਾ ਨਤੀਜਾ ਹੈ ਜਿਹੜਾ ਇਸ ਸਾਰੀ ਚੀਜ਼ ਦਾ, ਇਹ ਨਤੀਜਾ ਹੀ ਉਹਦੇ ਡਰਨ ਦਾ ਹੈ, ਡਰ ਦਾ ਕਿ ਕੱਲ੍ਹ ਨੂੰ ਜੇ ਸਾਰੇ ਖਾਸ ਕਰ ਯੂਐਸ, ਜੇ ਯੂਐਸ ਦੀ ਫੌਜ ਉੱਥੇ ਆ ਜਾਂਦੇ ਆ, ਯੂਐਸ ਦੀ ਇੰਟੈਲੀਜੈਂਸ ਉੱਥੇ ਆ ਜਾਂਦੀ ਹੈਗੀ ਹੈ, ਤਾਂ ਰਸ਼ੀਆ ਵਾਸਤੇ ਬਹੁਤ ਵੱਡੀ ਉਹ ਜਿਹੜੀ ਉਹਦੇ ਮੇਨ ਕਿ ਮੈਂ ਸੁਪਰ ਪਾਵਰ ਹੈਗਾ, ਮੈਂ ਉਹਨੂੰ ਟੱਕਰ ਦੇ ਸਕਦਾ, ਉਹ ਚੀਜ਼ ਉਹ ਸਾਰੀ ਖਤਮ ਹੋ ਜਾਏਗੀ। ਮੇਰੇ ਖਿਆਲ ਇਹ ਤਾਂ ਵੈਸੇ ਵੀ ਹੋਣਾ ਹੀ ਸੀ ਜੇ ਆਪਣੇ ਹਰਕੀਰਤ ਜੀ, ਜੇ ਯੂਕਰੇਨ ਨਾਟੋ ਦਾ ਹਿੱਸਾ ਬਣ ਜਾਂਦਾ ਤੇ ਜਿਹੜਾ ਅਮਰੀਕਨ ਫੌਜ ਦਾ ਬੇਸ ਉੱਥੇ ਲਾਜ਼ਮੀ ਬਣ ਜਾਣਾ ਸੀ, ਕਿਉਂਕਿ ਜੋ ਹੁਣ ਵੀ ਦੇਖੀਏ ਨਾ ਜਿੰਨੇ ਵੀ ਨਾਟੋ ਦੇ ਦੇਸ਼ ਨੇ ਜਾਂ ਜਿਹੜੇ ਉਸ ਖਿੱਤੇ ਦੇ ਵਿੱਚ ਦੇਸ਼ ਲੱਗਦੇ ਨੇ, ਜਰਮਨੀ ਹੋ ਗਿਆ, ਪੋਲੈਂਡ ਹੋ ਗਿਆ, ਉੱਥੇ ਸਾਰੀ ਜਗ੍ਹਾ ਤੇ ਅਮਰੀਕਾ ਦੀ ਜਿਹੜੀ ਫੌਜ ਦੇ ਆਪਣੇ ਬਣਾਏ ਹੋਏ ਨੇ ਬੇਸ। ਹਾਂਜੀ। ਸੋ ਹੁਣ ਜੇ ਜਰਮਨੀ ਹੈ, ਫਰਾਂਸ ਹੈ, ਇਟਲੀ ਹੈ, ਯੂਕੇ ਹੈ, ਇਹ ਸਾਰੇ ਜੇ ਇਕੱਠੇ ਹੋ ਕੇ ਇਹ ਕਹਿਣਗੇ ਨਹੀਂ ਜੀ ਅਸੀਂ ਤਾਂ ਨਾਟੋ ਦੇ ਹਿੱਸੇ ਹੈਗੇ ਆ ਔਰ ਅਸੀਂ ਤਾਂ ਯੂਕਰੇਨ ਦੇ ਵਿੱਚ ਆਪਣੀ ਫੌਜ ਲਾਵਾਂਗੇ, ਜਦ ਕਿ ਯੂਕਰੇਨ ਉਹਨਾਂ ਨੂੰ ਯੂਕਰੇਨ ਤੋਂ ਨਾ ਕੋਈ ਖਤਰਾ ਹੈਗਾ, ਇਹ ਮਤਲਬ ਖਤਰਾ ਕਿਸ ਤੋਂ ਹੈ? ਖਤਰਾ ਤਾਂ ਹੁਣ ਯੂਐਸ ਆਪਣਾ ਪੁਤਿਨ ਸਾਹਿਬ ਤੋਂ ਹੈ, ਰਸ਼ੀਆ ਤੋਂ ਹੈ। ਹੁਣ ਰਸ਼ੀਆ ਨੂੰ ਇਸ ਦਾ ਹੱਕ ਬਣਦਾ ਹੈ ਕਿ ਉਹ ਉਸ ਚੀਜ਼ ਨੂੰ ਰਿਟੀਲੀਏਟ ਕਰੇ। ਲੇਕਿਨ ਜਦ ਇਹ ਠੀਕ ਹੈ, ਉਹ ਰਹਿਦਾ ਗੱਲ ਹੈ ਕਿ ਜਦ ਫਿਰ ਇਹ ਸਾਰੀਆਂ ਗੱਲਾਂ ਨਾਟੋ ਤੋਂ ਬਾਅਦ ਕਿ ਠੀਕ ਹੈ ਜੀ ਕੋਲਡ ਵਾਰ ਹੋਈਆਂ, ਕਿਉਂਕਿ ਐਸ ਸੱਚ ਕੋਈ ਜਿਹੜੀ ਹੈ ਇਸ ਤਰ੍ਹਾਂ ਦੀ ਸਰਗਰਮ ਵਾਰ ਨਹੀਂ ਹੋਈ ਹੈਗੀ ਹੈ। ਬਿਲਕੁਲ ਹਾਂਜੀ। ਲੇਕਿਨ ਇੰਡੀਆ ਵਾਸਤੇ ਜਾਂ ਆਲੇ ਦੁਆਲੇ ਚਾਈਨਾ ਵਾਸਤੇ ਜਾਂ ਕਹਿ ਲਈਏ ਵੀ ਬਾਕੀ ਅਫਗਾਨਿਸਤਾਨ ਜਾਂ ਜਿਹੜੇ ਵੀ ਹੋਰ ਨੇੜੇ ਨੇੜੇ ਕੰਟਰੀ ਹੈ ਨੇ, ਉਹਨਾਂ ਸਾਰਿਆਂ ਵਾਸਤੇ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਕਿ ਅੱਜ ਦੀ ਸਿਚੁਏਸ਼ਨ ਦੇ ਸਿੱਟਾ ਕੀ ਨਿਕਲਦਾ ਹੈਗਾ। ਹਾਂਜੀ ਬਿਲਕੁਲ। ਕਿਉਂਕਿ ਇਹ ਨਾ ਹੋਵੇ ਕਿ ਅੱਜ ਦਾ ਜਿਹੜਾ ਸਿੱਟਾ ਨਿਕਲੇ ਔਰ ਇਹ ਕਿਤੇ ਨਾ ਕਿਤੇ ਕੱਲ੍ਹ ਨੂੰ ਜੇ ਨੈਟੋ ਦਾ ਹਿੱਸਾ ਬਣ ਜਾਂਦਾ ਹੈਗਾ ਯੂਕਰੇਨ, ਤਾਂ ਡੈਫੀਨੇਟਲੀ ਬਾਕੀ ਕੰਟਰੀਜ਼ ਵਾਸਤੇ ਵੀ ਉਹ ਚੀਜ਼ ਦਾ ਫਿਰ ਡਿਫਰੈਂਟ ਦੇਖਣ ਨੂੰ ਮਿਲੇਗਾ ਉਹਨਾਂ ਨੂੰ। ਸੋ ਰਸ਼ੀਆ ਨੇ ਕਿਤੇ ਨਾ ਕਿਤੇ ਆਪਣੀ ਜਗ੍ਹਾ ਜਾਇਜ਼ ਕਰਾਰ ਦਿੱਤਾ ਹੁੰਦਾ, ਲੇਕਿਨ ਅੱਜ ਦੀ ਸਿਚੁਏਸ਼ਨ ਦੇ ਵਿੱਚ ਉਹਨੂੰ ਜੋ ਇਹ ਸਿਚੁਏਸ਼ਨ ਬਣੀ ਹੈਗੀ ਹੈ, ਜਦ ਕਿ ਹੁਣ ਜਰਮਨੀ ਨੇ ਵੀ ਉਹਨਾਂ ਨੂੰ ਕਿਹਾ ਠੀਕ ਹੈ ਜੀ ਅਸੀਂ ਉਹਨੂੰ ਆਰਮ ਪਾਵਰ ਦੇਵਾਂਗੇ। ਜਰਮਨੀ ਨੇ, ਈਵਨ ਕੈਨੇਡਾ ਨੇ ਵੀ ਹੁਣ ਕਹਿ ਦਿੱਤਾ ਜਿਹੜੇ ਐਂਟੀ ਟੈਂਕ ਮਿਸਾਈਲਸ ਦਾ ਜਿਹੜਾ ਦੇ ਜਾ ਰਹੇ, ਇਸ ਤੋਂ ਇਲਾਵਾ ਹੋਰ ਜਿਹੜਾ ਐਮੂਨੇਸ਼ਨ ਉਹ ਭੇਜ ਰਹੇ ਨੇ। ਕਿਉਂਕਿ ਜਿਹੜੀ ਪੀਸ ਟਾਕਸ ਨੇ, ਹੁਣ ਪੀਸ ਟਾਕਸ ਜਿਹੜੀਆਂ ਹੋਈਆਂ ਸੀ ਪਹਿਲੇ ਦਿਨ ਹੀ ਹੋਣ ਲੱਗੀਆਂ ਸ਼ੁਰੂ, ਨਾਲ ਬੰਦ ਹੋ ਗਈਆਂ ਨੇ, ਕਿਉਂਕਿ ਉਹਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਬੈਕਅਪ ਜਿਹੜਾ ਯੂਕਰੇਨ ਨੂੰ ਲੱਗਦਾ ਕਿ ਨਹੀਂ ਕੱਲ੍ਹ ਨੂੰ ਸਾਨੂੰ ਜੇ ਅਸੀਂ ਸਟੈਂਡ ਲਵਾਂਗੇ, ਜਾਂ ਯੂਐਸ ਨੇ ਉਹਨਾਂ ਨੂੰ ਜਾਂ ਬਾਕੀ ਜਿਹੜੇ ਕੰਟਰੀ ਹੈਗੇ ਨੇ G7 ਹੈ ਨੇ, ਉਹਨਾਂ ਨੇ ਯੂਕਰੇਨ ਨੂੰ ਇੰਨਾ ਕਿ ਉਕਸਾਇਆ ਕਿ ਠੀਕ ਹੈ ਜੀ ਨਹੀਂ ਤੁਸੀਂ ਕੋਈ ਗੱਲ ਨਹੀਂ, ਅਸੀਂ ਤੁਹਾਡੇ ਪਿੱਛੇ ਖੜੇ ਹਾਂ, ਤੁਹਾਡੇ ਪਿੱਛੇ ਖੜੇ ਹਾਂ। ਲੇਕਿਨ ਕਿਸੇ ਨੇ ਇਹ ਨਹੀਂ ਸੋਚਿਆ ਕਿ ਜਿਹੜੀ ਉੱਥੇ ਦੀ ਆਮ ਲੋਕ ਨੇ, ਆਮ ਜਨਤਾ ਹੈ, ਉਹਨਾਂ ਨਾਲ ਕੀ ਬੀਤੇਗੀ। ਜੋ ਇਹ ਕੰਫਲਿਕਟ ਹੋ ਰਿਹਾ ਹੈ ਕਿ ਬਹੁਤ ਵੱਡੀਆਂ ਤਾਕਤਾਂ ਦੇ ਵਿੱਚ ਹੋ ਰਿਹਾ ਹੈਗਾ, ਇਹ 'ਚ ਬਹੁਤ ਜਿਹੜੀ ਪੋਲੀਟੀਕਲ ਜਿਹੜੇ ਮੋਟਿਵਸ ਨੇ ਉਹ ਸ਼ਾਮਿਲ ਹੈਗੇ ਨੇ। ਜਿਹੜਾ ਮੇਨ ਜੋ ਮੈਂ ਇਸ ਚੀਜ਼ ਨੂੰ ਸਭ ਚੀਜ਼ ਨੂੰ ਸੋਚਿਆ ਹੈਗਾ ਕਿ ਸਾਰੇ ਲੋਕ ਇਸ ਚੀਜ਼ ਨੂੰ ਸਿਰਫ ਪੋਲੀਟੀਕਲ ਮੋਟਿਵ ਦੀ ਮਾਈਲੇਜ ਲੈਣ ਦੀ ਕੋਸ਼ਿਸ਼ ਕਰ ਰਹੇ ਨੇ, ਆਮ ਜਨਤਾ ਬਾਰੇ, ਆਮ ਬੰਦੇ ਬਾਰੇ ਕੋਈ ਨਹੀਂ ਸੋਚ ਰਿਹਾ ਹੈਗਾ। ਪਰ ਜੇ ਆਪਾਂ ਸਿੱਧੇ ਅੱਖਰਾਂ 'ਚ ਇਹ ਗੱਲ ਕਰੀਏ ਵੀ ਜੋ ਕੁਝ ਵੀ ਇਹ ਸਾਰਾ ਹੋਇਆ, ਜੇ ਵੀ ਰਸ਼ੀਆ ਨੇ ਇਹ ਸੋਚਿਆ ਵੀ ਜਿਹੜਾ ਨਾਟੋ ਦੇਸ਼ ਨੇ ਜਾਂ ਅਮਰੀਕਾ ਰਲ ਕੇ ਮੇਰਾ ਗਲ ਘੁੱਟਣ ਨੂੰ ਫਿਰਦੇ ਨੇ, ਹਾਂਜੀ ਬਿਲਕੁਲ, ਉਸ ਚੀਜ਼ ਤੋਂ ਬਚਣ ਲਈ ਉਹਨੇ ਇਹ ਸਾਰਾ ਜਿਹੜਾ ਮਸਲਾ ਖੜਾ ਕੀਤਾ, ਯੂਕਰੇਨ ਤੇ ਹਮਲਾ ਕੀਤਾ। ਤੇ ਪਰ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਯੂਕਰੇਨ ਨੂੰ ਪਹਿਲਾਂ ਤਾਂ ਸਾਰਿਆਂ ਦੇਸ਼ਾਂ ਨੇ ਜਿੰਨੇ ਵੀ ਨਾਟੋ ਦੇ ਦੇਸ਼ ਨੇ ਉਕਸਾਇਆ, ਉਸ ਤੋਂ ਬਾਅਦ ਫਿਰ ਇਹ ਕਹਿ ਦਿੱਤਾ ਵੀ ਤੂੰ ਤਾਂ ਵੀ ਭਾਈ ਹਜੇ ਸਾਡੇ ਨਾਟੋ ਦਾ ਹਿੱਸਾ ਹੀ ਹੈ ਨਹੀਂ, ਵੀ ਅਸੀਂ ਤੇਰੀ ਸਿੱਧੀ ਮਦਦ ਕਿਵੇਂ ਕਰ ਸਕਦੇ। ਹਾਂਜੀ। ਸੋ ਇਹ ਚੀਜ਼ ਸਭ ਚੀਜ਼ ਨੂੰ ਦੇਖਣਾ, ਦੇਖੋ ਗੱਲ ਇਹ ਹੈ ਕਿ ਅਸੀਂ ਇੱਥੇ ਬੈਠ ਕੇ ਜਾਂ ਜਿਹੜੇ ਯੂਰਪੀਅਨ ਯੂਨੀਅਨ ਨੇ ਹੈਗੇ ਨੇ ਜਾਂ US ਹੈ, ਤਾਂ ਉਹਨਾਂ ਨੂੰ ਇਹ ਚੀਜ਼ ਨੂੰ ਸੋਚਣਾ ਪੈਣਾ ਚਾਹੀਦਾ ਹੈਗਾ ਕਿ ਠੀਕ ਹੈ ਅਸੀਂ ਜੋ ਕਰ ਰਹੇ ਹਾਂ ਉਹ ਉਹਦਾ ਮੋਟਿਵ ਹੈ, ਲੇਕਿਨ ਜਿਹੜੀ ਉੱਥੇ ਦੇ ਸਾਊਥ ਏਸ਼ੀਅਨ ਦੇ ਖਿੱਤਾ ਸਾਰੇ ਬਾਕੀ ਕੰਟਰੀ ਨੇ, ਉਹਨਾਂ ਨੂੰ ਵੀ ਸੋਚਣਾ ਚਾਹੀਦਾ ਹੈਗਾ ਕਿ ਕੀ ਸਾਡੇ ਇਸ ਦੇ ਨਾਲ ਸਾਨੂੰ ਕੀ ਕੱਲ੍ਹ ਨੂੰ ਫਾਇਦਾ ਨੁਕਸਾਨ ਹੋਣ ਵਾਲਾ ਹੈ। ਹੁਣ ਇੱਕ ਐਗਜ਼ਾਮਪਲ ਹੈ, ਸਪੋਜ਼ ਕਰੋ ਵੀ ਕੋਈ ਰਸ਼ੀਆ ਉਹ ਮੈਕਸੀਕੋ ਵਿੱਚ ਆ ਕੇ ਆਪਣਾ ਬੇਸ ਬਣਾਉਣ ਲੱਗ ਜਾਵੇ, ਕੀ ਰਸ਼ੀਆ ਦਾ ਕੀ US ਦਾ ਕੀ ਰਿਐਕਸ਼ਨ ਹੋਏਗਾ? ਬਿਲਕੁਲ ਜੋ ਰਿਐਕਸ਼ਨ ਹੁਣ ਜੋ ਰਿਐਕਸ਼ਨ ਰਸ਼ੀਆ ਦਾ ਹੈ ਉਹੀ ਰਿਐਕਸ਼ਨ ਹੋਏਗਾ। ਠੀਕ ਹੈ ਨਾ, ਕਿਉਂਕਿ ਦੇਖੋ ਗੱਲ ਇਹ ਕਿ ਰਸ਼ੀਆ ਕਦੇ ਨਾ ਕਦੇ ਤਾਂ ਇਹ ਚੀਜ਼ ਨੂੰ ਉਹਨੇ ਇੱਕ ਕਰਨਾ ਹੀ ਸੀ। ਹਾਂ ਠੀਕ ਹੈ, ਉਹਨੇ ਇਸ ਤਰ੍ਹਾਂ ਕੀਤਾ, ਪਰ ਉਹਨੂੰ ਇਹ ਲੱਗਦਾ ਸੀ ਕਿ ਠੀਕ ਹੈ ਅਸੀਂ ਯੂਕਰੇਨ ਨੂੰ ਤਾਂ 5-6 ਦਿਨ ਵਿੱਚ ਅਸੀਂ ਆਰਾਮ ਨਾਲ ਅਸੀਂ ਜਿੱਤ ਲਾਂਗੇ ਔਰ ਇਸ ਚੀਜ਼ ਨੂੰ ਖਤਮ ਕਰ ਦਾਂਗੇ, ਲੇਕਿਨ ਹੁਣ ਇਹ ਮੈਸਅਪ ਜਿਹੜਾ ਹੈ ਉਹ ਲੰਬਾ ਚੱਲੇਗਾ। ਹਾਂਜੀ, ਕਿਉਂਕਿ ਹਾਲ ਦੀ ਘੜੀ ਜੋ ਉੱਥੇ ਦੇ ਹਾਲਾਤ ਬਣੇ ਹੋਏ ਨੇ, ਜਿਸ ਤਰ੍ਹਾਂ ਦਾ ਜਿਹੜੀ ਆਪਣੇ ਲੀਡਰਸ਼ਿਪ ਦਿਖਾਈ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਹੁਣਾਂ ਨੇ,
ਸੋ ਉਹਦੇ ਤੋਂ ਪੂਰੇ ਦੁਨੀਆ ਦੇ ਵਿੱਚ ਇਹ ਗੱਲ ਚੱਲ ਪਈ ਆ ਵੀ ਸ਼ਾਇਦ ਯੂਕਰੇਨ ਇਸ ਤੋਂ ਪਹਿਲਾਂ ਡਿੱਗ ਪੈਂਦਾ ਜੇ ਜ਼ੈਲੈਂਸਕੀ ਦੀ ਜਗ੍ਹਾ ਕੋਈ ਹੋਰ ਲੀਡਰ ਹੁੰਦਾ। ਪਰ ਜੋ ਲੀਡਰਸ਼ਿਪ ਉਹਨਾਂ ਨੇ ਦਿਖਾਈ ਹੈ ਹੁਣ ਤਾਂ ਇੱਥੋਂ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਵੀ ਜੇ ਜਿਹੜਾ ਕੋਈ ਬਾਹਰੋਂ ਕੋਈ ਆ ਕੇ ਯੂਕਰੇਨ ਦੇ ਲਈ ਲੜਨਾ ਚਾਹੁੰਦਾ ਉਹਦਾ ਜਿਹੜਾ ਵੀਜ਼ਾ ਵੇਵ ਕਰ ਦਿੱਤਾ ਉਹਨਾਂ ਨੇ ਵੀ ਤੁਸੀਂ ਆਓ ਇੱਥੇ ਸਾਡੇ ਹੈਲਪ ਕਰੋ ਤੇ ਸਾਡੇ ਨਾਲ ਲੜਾਈ ਲੜੋ। ਸੋ ਮੇਰਾ ਖਿਆਲ ਹੈ ਪੁਤਿਨ ਸਾਹਿਬ ਨੇ ਵੀ ਨਹੀਂ ਸੋਚਿਆ ਹੋਣਾ ਵੀ ਜਿਹੜੀ ਇਹ ਲੜਾਈ ਇੰਨੀ ਲੰਬੀ ਚਲੇ ਜਾਵੇਗੀ। ਹੁਣ ਦੇਖੋ ਜਿਹੜਾ ਬੇਲਾਰੂਸ ਵੱਲੋਂ ਜਿਹੜੀ ਹਮਲਾ ਕੀਤਾ ਗਿਆ ਉੱਥੋਂ ਜਿਹੜੀ ਯੂਕਰੇਨ ਦੀ ਰਾਜਧਾਨੀ ਤਕਰੀਬਨ 25 ਕਿਲੋਮੀਟਰ ਹੈ। ਸੋ ਅੱਜ 6ਵਾਂ ਦਿਨ ਹੋ ਗਿਆ ਤੇ ਅਜੇ ਵੀ ਜਿਹੜੀ ਲੜਾਈ ਲਗਾਤਾਰ ਚੱਲ ਰਹੀ ਹੈ ਵੀ ਜਿਹੜਾ ਕੀਵ ਦੇ ਉੱਤੇ ਕਬਜ਼ਾ ਕਰਨ ਦੀ। ਸੋ ਮੇਰਾ ਖਿਆਲ ਜਿਹੜਾ ਰਸ਼ੀਆ ਨੂੰ ਕਾਫੀ ਵੱਡੇ ਪੱਧਰ ਤੇ ਜਿਹੜਾ ਇਹਦਾ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ। ਦੇਖੋ ਜਿਹੜੇ ਕੀ ਵਾਲੀ ਗੱਲ ਹੈ, ਜਦ ਮੈਂ ਦੇਖਿਆ ਉਸ ਚੀਜ਼ ਬਾਰੇ ਤਾਂ ਰਸ਼ੀਆ ਕਿਤੇ ਨਾ ਕਿਤੇ ਹਜੇ ਵੀ ਉੱਥੇ ਸੌਫਟਲੀ ਚੱਲ ਰਿਹਾ ਹੈਗਾ, ਕਿਉਂਕਿ ਦੇ ਆਰ ਨਾਟ ਸੋ ਬਰੂਟਲ ਕਿ ਜੇ ਉਹ ਸਾਹਮਣੇ ਲੋਕ ਖੜੇ ਨੇ ਤਾਂ ਉਹਨਾਂ ਨੇ ਆਪਣੇ ਟੈਂਕਸ ਨੂੰ ਅੱਗੇ ਰੋਕਿਆ ਹੋਇਆ ਹੈ ਕਿ ਠੀਕ ਹੈ ਜੀ ਅਸੀਂ ਮਤਲਬ ਆਮ ਜਨਤਾ ਨੂੰ ਟੈਂਕ ਦੇ ਉੱਪਰ ਨਹੀਂ ਉਸ ਚੀਜ਼ ਨੂੰ ਇੱਦਾਂ ਦੀ ਕੋਈ ਹਰਕਤ ਕਰਨੀ ਹੈਗੀ ਹੈ। ਸੋ ਉਹ ਇਹ ਪਰ ਅਲਟੀਮੇਟਲੀ ਜੇ ਤੁਸੀਂ ਕਿਸੇ ਨੂੰ ਇੰਨਾ ਜ਼ਿਆਦਾ ਪੋਕ ਕਰੋਗੇ ਤਾਂ ਉਹਨਾਂ ਨੇ ਪੁਤਿਨ ਸਾਹਿਬ ਨੇ ਤਾਂ ਕੱਲ ਪਰਸੋਂ ਸ਼ਾਇਦ ਇਹ ਵੀ ਗੱਲ ਕਹੀ ਸੀ ਕਿ ਮੈਂ ਨਿਊਕਲੀਅਰ ਵੈਪਨ ਵੀ ਯੂਜ਼ ਕਰ ਸਕਦਾ ਹੈ। ਹਾਂਜੀ ਬਿਲਕੁਲ। ਸੋ ਵੀ ਹੈਵ ਟੂ ਪੁਸ਼ them, ਇੰਨਾ ਕੁ ਪੁਸ਼ ਉਹਨਾਂ ਨੂੰ ਕਰਨਾ ਚਾਹੀਦਾ ਹੈਗਾ। ਜੇ ਸਾਰੇ ਇਕੱਠੇ ਹੋ ਕੇ ਇੱਕ ਬੰਦੇ ਨੂੰ ਪੁਸ਼ ਕਰੋਗੇ ਤਾਂ ਕਿਤੇ ਨਾ ਕਿਤੇ ਉਹ ਰਿਟੈਲੀਏਟ ਕਰੇਗਾ ਔਰ ਫਿਰ ਉਹ ਬਹੁਤ ਜ਼ਿਆਦਾ ਖਤਰਨਾਕ ਸਿੱਧ ਹੋ ਸਕਦਾ ਹੈ ਉਸ ਚੀਜ਼ ਬਾਰੇ। ਅੱਛਾ ਹੈਰੀ ਜੀ, ਆਪਾਂ ਹਰਕੀਰਤ ਜੀ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ, ਉਸ ਤੋਂ ਬਾਅਦ ਫਿਰ ਇਸ ਚਰਚਾ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ। ਇੱਕ ਛੋਟੀ ਜਿਹੀ ਬ੍ਰੇਕ, ਉਸ ਤੋਂ ਬਾਅਦ ਫਿਰ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਹਾਂ ਸਟਾਰਟ ਦਾ ਅਗਲਾ ਹਿੱਸਾ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਮੈਂ ਸਿਮਰਤ ਗਰੇਵਾਲ ਤੇ ਸਟੂਡੀਓ ਵਿੱਚ ਮੇਰੇ ਨਾਲ ਅੱਜ ਚਰਚਾ ਵਿੱਚ ਹਾਜ਼ਰ ਨੇ ਹਰਕੀਰਤ ਜੀ। ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਰਸ਼ੀਆ ਤੇ ਯੂਕਰੇਨ ਦਾ ਜੋ ਮਸਲਾ ਉਲਝਿਆ ਹੋਇਆ ਹੈ। 6ਵਾਂ ਦਿਨ ਹੋ ਗਿਆ, ਇਸ ਤੋਂ ਬਾਅਦ ਵੀ ਜਿਹੜਾ ਰਸ਼ੀਆ ਪਿੱਛੇ ਨਹੀਂ ਹਟ ਰਿਹਾ, ਕਿਉਂਕਿ ਲਗਾਤਾਰ ਬਹੁਤ ਸਾਰੇ ਦੇਸ਼ਾਂ ਵੱਲੋਂ ਰਸ਼ੀਆ ਦੇ ਖਿਲਾਫ ਪਾਬੰਦੀਆਂ ਲਾਈਆਂ ਗਈਆਂ ਨੇ। ਈਵਨ ਕੈਨੇਡਾ ਵੱਲੋਂ ਵੀ ਕਾਫੀ ਸਖਤ ਪਾਬੰਦੀਆਂ ਲਾਈਆਂ ਗਈਆਂ ਨੇ। ਕੈਨੇਡਾ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਜਿਹੜਾ ਰਸ਼ੀਆ ਤੋਂ ਤੇਲ ਲਿਆ ਜਾਂਦਾ ਹੈ ਉਹ ਵੀ ਬੰਦ ਕੀਤਾ ਜਾਵੇਗਾ। ਇਸ ਤੋਂ ਇਲਾਵਾ ਯੂਕਰੇਨ ਨੂੰ ਜਿਹੜੀ ਸੈਨ ਸਹਾਇਤਾ ਦਿੱਤੀ ਜਾ ਰਹੀ ਹੈ ਤੇ ਮਾਇਕ ਸਹਾਇਤਾ ਦੇ ਨਾਲ ਵੀ ਹੈਲਪ ਕੀਤੀ ਜਾ ਰਹੀ ਹੈ। ਤੇ ਹੋਰ ਬਹੁਤ ਸਾਰੇ ਦੇਸ਼ ਨੇ ਜਿਹੜੇ ਲਗਾਤਾਰ ਅਮਰੀਕਾ ਦੇ ਮਾਫ ਕਰਨਾ ਰਸ਼ੀਆ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾ ਰਹੇ ਨੇ। ਚਾਈਨਾ ਈਵਨ ਆਪਣੇ ਜਿਹੜੇ ਪੈਰ ਪਿਛਾਂ ਖਿੱਚਣ ਲੱਗ ਪਿਆ। ਸੋ ਜਿਹੜੇ ਹਾਲਾਤ ਨੇ ਰਸ਼ੀਆ ਦੇ ਕਾਫੀ ਜਿਹੜੇ ਮੁਸ਼ਕਲ ਵਾਲੇ ਬਣ ਗਏ ਨੇ। ਜਿਹੜੀ ਉੱਥੇ ਦੀ ਕਰੰਸੀ ਹੈ ਰੂਬਲ ਉਹ ਲਗਾਤਾਰ ਹੇਠਾਂ ਜਾ ਰਹੀ ਹੈ। ਸੋ ਹਰਕੀਰਤ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਕੀ ਹਾਲਾਤ ਹੋਣਗੇ ਵਿੱਤੀ ਤੌਰ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਰਸ਼ੀਆ ਦੇ? ਸਿਮਰਨ ਜੀ ਦੋਨੇ ਚੀਜ਼ਾਂ ਨੂੰ ਆਪਾਂ ਦੇਖ ਸਕਦੇ ਹਾਂ। ਹਾਂਜੀ ਕਿ ਹੁਣ ਰਸ਼ੀਆ ਰਿਸਪੌਂਸ ਕਿਵੇਂ ਕਰਦਾ ਹੈਗਾ। ਮੇਨ ਗੱਲ ਆਉਂਦੀ ਕਿ ਰਿਸਪੌਂਸ ਦੀ ਜੇ ਰਸ਼ੀਆ ਕਿਸ ਤਰ੍ਹਾਂ ਨੂੰ ਲੈਂਦਾ ਹੈ ਸਭ ਚੀਜ਼ ਨੂੰ, ਉਸ ਚੀਜ਼ ਤੇ ਸਭ ਤੋਂ ਆਉਣ ਵਾਲੇ ਟਾਈਮ ਵਿੱਚ ਇਹ ਚੀਜ਼ ਨਹੀਂ ਮਤਲਬ ਕਿ ਜਿਸ ਪਾਸੇ ਜਾਣਾ ਹੈ ਉਹ ਠੀਕ ਹੈ। ਕਿਉਂਕਿ ਜੇ ਰਸ਼ੀਆ ਨੂੰ ਬਹੁਤ ਜ਼ਿਆਦਾ ऑफेंसिव तरीके ते आंदा वापस ਤਾਂ ਫਿਰ ਬਿਲਕੁਲ ਚੇਂਜ ਹੋ ਜਾਣਗੇ। ਕਿਉਂਕਿ ਹੋ ਸਕਦਾ ਉਹ ਬਾਇਓ ਵੈਪਨ ਯੂਜ਼ ਕਰੇ, ਹੋ ਸਕਦਾ ਉਹ ਨਿਊਕਲੀਅਰ ਵੈਪਨ ਯੂਜ਼ ਕਰੇ। ਲੇਕਿਨ ਜੇ ਉਹ ਰੀਸੀਡ ਕਰਨੇ ਸ਼ੁਰੂ ਕਰ ਦਿੰਦੇ ਨੇ, ਬੈਕ ਫੁੱਟ ਤੇ ਚਲੇ ਜਾਂਦੇ ਹੈ ਨੇ, ਫਿਰ ਬਾਕੀ ਜਿਹੜੇ ਕੰਟਰੀ ਹੈ ਨੇ ਉਹਨਾਂ ਦਾ ਹੌਸਲਾ ਖੁੱਲ ਜਾਏਗਾ ਔਰ ਬਹੁਤ ਜਲਦੀ ਹੀ ਫਿਰ ਇਹ ਵਾਰ ਖਤਮ ਹੋ ਜਾਏਗੀ। ਲੇਕਿਨ ਉਹੀ ਗੱਲ ਹੈ ਕਿ ਇਹਦਾ ਡਿਪੈਂਡ ਕਰਦਾ ਹੁਣ ਕਿ ਪੁਤਿਨ ਸਾਹਿਬ ਹੁਣ ਸਟ੍ਰੈਟਜੀ ਕਿਵੇਂ ਅਪਣਾਉਂਦੇ ਹੈ ਨੇ ਔਰ ਸਭ ਤੋਂ ਵੱਡੀ ਗੱਲ ਕਿ ਕਿਹੜੇ ਕੰਟਰੀ ਉਹਨਾਂ ਦੇ ਹੱਕ ਵਿੱਚ ਆਉਂਦੇ ਨੇ ਔਰ ਕਿਹੜੇ ਕੰਟਰੀ ਉਹਨਾਂ ਦੇ ਵਿਰੋਧ ਖਿਲਾਫ ਖੜੇ ਨੇ। ਕਿਉਂਕਿ ਹਾਲਾਤ ਜੋ ਆਪਾਂ ਵਿੱਤੀ ਤੌਰ ਤੇ ਦੇਖੀਏ ਤਾਂ ਹਾਲਾਤ ਇਹ ਨੇ ਹੁਣ ਰਸ਼ੀਆ ਦੇ ਵੀ ਜਿਹੜੇ ਬਾਹਰਲੇ ਦੇਸ਼ ਨੇ ਜਿੱਥੇ ਰਸ਼ੀਆ ਦੀਆਂ ਕੰਪਨੀਆਂ ਨੇ ਜਿਨ੍ਹਾਂ ਦਾ ਉੱਥੇ ਐਸੈਟ ਹੈ, ਉਹਦੇ ਨਾਲ ਜਿਹੜੇ ਉੱਥੇ ਦੇ ਇੰਡੀਵਿਜੂਅਲ ਲੋਕ ਨੇ, ਬਿਜ਼ਨਸਮੈਨ ਨੇ, ਉਹਨਾਂ ਤੇ ਵੀ ਹੁਣ ਇਸ ਦਾ ਜਿਹੜਾ ਪਾਬੰਦੀਆਂ ਦਾ ਅਸਰ ਪੈਣ ਲੱਗ ਪਿਆ। ਤੇ ਉਹ ਵੀ ਜਿਹੜੇ ਸਿੱਧੇ ਤੌਰ ਤੇ ਹੁਣ ਪੁਤਿਨ ਸਾਹਿਬ ਨੂੰ ਕਹਿਣ ਲੱਗ ਪਏ ਨੇ ਵੀ ਤੁਸੀਂ ਛੇਤੀ ਤੋਂ ਛੇਤੀ ਇਸ ਮਸਲੇ ਦਾ ਹੱਲ ਲੱਭੋ। ਖਾਸ ਕਰਕੇ ਈਵਨ ਜਿਹੜੀ ਹੁਣ ਸਵਿਫਟ ਦੇ ਵਿੱਚ ਵੀ ਜਿਹੜਾ ਬਹੁਤ ਸਾਰੀਆਂ ਜਿਹੜੀਆਂ ਸੈਂਕਸ਼ਨਸ ਇਹਦੇ ਤੇ ਲਾ ਦਿੱਤੀਆਂ ਗਈਆਂ, ਰਸ਼ੀਆ ਨੂੰ ਬਾਹਰ ਕੱਢ ਦਿੱਤਾ ਗਿਆ ਉੱਥੋਂ ਵੀ। ਸੋ ਮੇਰਾ ਖਿਆਲ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਰਸ਼ੀਆ ਲਈ ਕਾਫੀ ਮੁਸ਼ਕਲ ਸਥਿਤੀ ਪੈਦਾ ਹੋ ਸਕਦੀ ਹੈ। ਹਜੇ ਤਾਂ ਬਹੁਤ ਸਟਾਰਟਿੰਗ ਹੈ ਸਮਝ ਜੀ। ਹਾਂਜੀ, ਜਦ ਆਪਾਂ ਇਹ ਹਜੇ ਆਮ ਜਨਤਾ ਤੱਕ ਨਹੀਂ ਪਹੁੰਚੀ ਹੈਗੀ, ਜਦ ਇਹ ਸਾਰੀਆਂ ਸੈਂਕਸ਼ਨ ਦਾ ਅਸਰ ਆਮ ਜਨਤਾ ਤੱਕ ਪਹੁੰਚਣਾ ਸ਼ੁਰੂ ਹੋ ਜਾਏਗਾ, ਉਹਨਾਂ ਦੀ ਇਕਨੋਮੀ ਤੱਕ, ਉਹਨਾਂ ਦੇ ਡੇ ਟੂ ਡੇ ਲਾਈਫ ਵਿੱਚ ਪਹੁੰਚਣਾ ਸ਼ੁਰੂ ਹੋ ਜਾਏਗਾ, ਫਿਰ ਬਹੁਤ ਜ਼ਿਆਦਾ ਪੁਤਿਨ ਸਾਹਿਬ ਵਾਸਤੇ ਇਹ ਚੀਜ਼ ਪ੍ਰੋਬਲਮ ਵਾਲੀ ਗੱਲ ਹੋਣ ਵਾਲੀ ਹੈਗੀ। ਕਿਉਂਕਿ ਜੇ ਆਮ ਜਨਤਾ ਆਪਣੇ ਖਿਲਾਫ ਹੋ ਜਾਏਗੀ ਉਹਨਾਂ ਦੇ, ਫਿਰ ਉਹਨਾਂ ਨੂੰ ਇਹ ਚੀਜ਼ ਨੂੰ ਤਾਂ ਖਤਮ ਕਰਨਾ ਹੀ ਪੈਣਾ ਹੈਗਾ। ਫਿਰ ਉਹ ਆਉਣ ਵਾਲਾ ਟਾਈਮ ਦੱਸੇਗਾ ਕਿ ਕੱਲ ਰਸ਼ੀਆ ਦਾ ਕੀ ਫਿਊਚਰ ਹੋਊਗਾ। ਲੇਕਿਨ ਇਸ ਟਾਈਮ ਦੇ ਵਿੱਚ ਆ ਕੇ ਰਸ਼ੀਆ ਦਾ ਜਿਹੜਾ ਜੋ ਅੱਜ ਦਾ ਉਹਦਾ ਭਵਿੱਖ ਤਾਂ ਡਿਸਾਈਡ ਹੋਣਾ ਹੈ, ਪਰ ਉਹ ਅੱਜ ਤੇ ਹੋਣਾ ਹੈਗਾ। ਅੱਜ ਉਹਨਾਂ ਦਾ ਬਹੁਤ ਵਧੀਆ ਨਜ਼ਰ ਨਹੀਂ ਆ ਰਿਹਾ ਹੈ।
ਮਤਲਬ ਜੋ ਅੱਜ ਦੀ ਸਥਿਤੀ ਹੈ ਉਹ ਮੇਰੇ ਖਿਆਲ ਰਸ਼ੀਆ ਨੇ ਤਾਂ ਪੁਤਿਨ ਸਾਹਿਬ ਨੇ ਵੀ ਨਹੀਂ ਸੋਚੀ ਹੋਣੀ ਵੀ ਮੈਂ ਇਸ ਸਥਿਤੀ ਦੇ ਵਿੱਚ ਪਹੁੰਚ ਜਾਵਾਂਗਾ। ਅੱਛਾ, ਇਸ ਦੇ ਨਾਲ ਹੀ ਆਪਾਂ ਇੱਕ ਹੋਰ ਜਿਹੜਾ ਕਾਫੀ ਆਪਣੇ ਖਿੱਤੇ ਦੇ ਨਾਲ ਸੰਬੰਧ ਰੱਖਦਾ ਹੈ ਭਾਰਤ ਪਾਕਿਸਤਾਨ ਦੇ ਨਾਲ, ਇਹਨਾਂ ਦਿਨਾਂ ਦੇ ਵਿੱਚ ਜਦੋਂ ਤੋਂ ਲੜਾਈ ਸ਼ੁਰੂ ਹੋਈ ਹੈ, ਜਦੋਂ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਮਰਾਨ ਖਾਨ, ਉਹ ਰਸ਼ੀਆ ਜਾ ਕੇ ਆਏ ਨੇ, ਪੁਤਿਨ ਸਾਹਿਬ ਨੂੰ ਮਿਲ ਕੇ ਆਏ ਨੇ। ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਭਾਵੇਂ ਕਿ ਇਸ ਦੀ ਕਾਫੀ ਆਲੋਚਨਾ ਵੀ ਹੋ ਰਹੀ ਹੈ ਨਾਟੋ ਦੇਸ਼ਾਂ ਵੱਲੋਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਇਹ ਬਿਲਕੁਲ ਜਿਹੜਾ ਪਾਕਿਸਤਾਨ ਦੀ ਜਿਹੜੀ ਪੋਲੀਟੀਕਲ ਸਿਚੁਏਸ਼ਨ ਹੈਗੀ ਆ ਉਹਨੂੰ ਇਹ ਬਿਲਕੁਲ ਸਹੀ ਸਟੈਪ ਨਹੀਂ ਮੇਰੇ ਹਿਸਾਬ ਨਾਲ ਹੈਗਾ ਸੀ, ਕਿਉਂਕਿ ਇਮਰਾਨ ਖਾਨ ਸਾਹਿਬ ਉੱਥੇ ਗਏ ਤੇ ਔਰ US ਨੇ 4,000 ਕਰੋੜ ਦਾ ਉਹਨਾਂ ਨੂੰ ਪੈਨਲਟੀ ਲਾ ਦਿੱਤੀ ਹੈ ਡਾਲਰਸ ਦੀ। ਸੋ ਹੁਣ ਇਹ ਪਹਿਲਾਂ ਹੀ ਉਹਨਾਂ ਦਾ ਜਿਹੜਾ ਹੈ ਬਹੁਤਾ ਵਧੀਆ ਇਕਨੋਮਿਕਲੀ ਉਹ ਨਹੀਂ ਸਟੇਬਲ ਹੈਗੇ। ਸੋ ਜੇ ਇਹ ਜੀ ਚੀਜ਼ਾਂ ਕਰਨਗੇ ਤਾਂ ਫਿਰ ਜੇ ਉਹ ਆਪਣੇ ਜਿਹੜਾ ਉਹਨਾਂ ਦਾ ਟਰਸਟਡ ਐਲੀ ਹੈ ਖਾਸ ਕਰਕੇ US, ਤੇ ਜੇ ਉਹਨਾਂ ਤੋਂ ਦੂਰ ਜਾਣਗੇ ਤਾਂ ਫਿਰ ਉਹਨਾਂ ਦਾ ਵਾਸਤੇ ਤਾਂ ਇਹ ਬਹੁਤ ਵਧੀਆ ਗੱਲ ਨਹੀਂ ਹੈਗੀ ਹੈ। ਨਾਲੇ ਮੈਂ ਖਿਆਲ ਇਹ ਵੀ ਗੱਲ ਹੈ ਨਾ ਵੀ ਹੁਣ ਜੇ ਦੇਖਿਆ ਜਾਵੇ ਤਾਂ ਜਿਹੜਾ ਪਾਕਿਸਤਾਨ ਦਾ ਜ਼ਿਆਦਾ ਜਿਹੜਾ ਬਿਜ਼ਨਸ ਹੈ ਉਹ ਯੂਰੋਪੀਅਨ ਯੂਨੀਅਨ ਦੇ ਦੇਸ਼ਾਂ ਦੇ ਨਾਲ ਹੈ, ਤੇ ਰਸ਼ੀਆ ਦੇ ਨਾਲ ਕੋਈ ਇੰਨਾ ਉਹਦਾ ਬਿਜ਼ਨਸ ਟਾਈ ਅਪ ਵੀ ਇੰਨਾ ਹੈ ਨਹੀਂਗਾ। ਤੇ ਜੋ ਉਹਨਾਂ ਨੂੰ ਏਡ ਮਿਲਦੀ ਹੈ ਸਰ ਉਹ ਸਾਰੀ ਮਿਲਦੀ ਹੈਗੀ ਹੈ ਅਮਰੀਕਾ ਤੋਂ, ਔਰ ਜੋ ਉਹਨਾਂ ਦਾ ਬਿਜ਼ਨਸ ਹੈ ਉਹ ਸਾਰਾ ਹੈ ਉਹਨਾਂ ਦਾ ਯੂਰਪੀਅਨ ਯੂਨੀਅਨ ਦੇ ਨਾਲ। ਜਦਕਿ ਇਦੋਂ ਨਾਲ ਜਿਹੜਾ ਇੰਡੀਆ ਦਾ ਜਿਹੜਾ 80% ਆਫ ਦੇ ਜਿਹੜੇ ਆਪਾਂ ਆਰਮਸ ਯੂਜ਼ ਕਰਦੇ ਹੈਗੇ ਆ ਉਹ ਰਸ਼ੀਅਨ ਯੂਜ਼ ਕਰਦੇ ਹੈਗੇ ਆ। ਜਿਹੜੀ ਸਟ੍ਰੈਟਜੀਕਲੀ ਦੇਖੀਏ, ਸਟ੍ਰੈਟਜੀਕਲੀ ਜਿਹੜੀ ਸਪੋਰਟ ਹੈ, ਚਾਹੇ ਉਹ 1965 ਦੇ ਵਿੱਚ ਹੋਈ, ਚਾਹੇ ਉਹ 71 ਦੇ ਵਿੱਚ ਹੋਈ, ਤਾਂ ਉਸ ਟਾਈਮ ਸਾਨੂੰ ਰਸ਼ੀਆ ਨੇ ਹੀ ਸਪੋਰਟ ਕੀਤੀ ਜਾ ਗਈ ਸੀ। ਪਰ ਇੰਡੀਆ ਨੇ ਬਹੁਤ ਵਧੀਆ ਸਟੈਂਸ ਲਿੱਤਾ ਕਿ ਉਹਨਾਂ ਨੇ ਦੋਨੇ ਪਾਸੇ ਬੈਲੈਂਸ ਬਣਾ ਕੇ ਚੱਲੇ ਨੇ, ਔਰ ਉਹਨਾਂ ਨੇ UN ਦੇ ਵਿੱਚ ਜਿਹੜੀ ਵੋਟਿੰਗ ਹੋਈ ਸੀ ਤਾਂ ਉਹਦੇ 'ਚ ਉਹਨਾਂ ਨੂੰ ਵੋਟ ਨਹੀਂ ਕੀਤਾ ਹੈਗਾ ਸੈਂਕਸ਼ਨ ਦੇ ਉੱਪਰ। ਮੇਰਾ ਖਿਆਲ ਹੈ ਇੰਡੀਆ ਦੀ ਤਾਂ ਉਹ ਸਥਿਤੀ ਸੀ ਜਿਹੜੀ ਕਹਾਵਤ ਹੈ ਵੀ ਸੱਪ ਦੇ ਮੂੰਹ ਵਿੱਚ ਕੋੜ ਵਾਲੀ ਗੱਲ, ਵੀ ਜਿਸ ਪਾਸੇ ਵੀ ਜਾਂਦਾ ਤਾਂ ਉਹ ਸਿੱਧਾ ਜਿਸ ਪਾਸੇ ਵੀ ਖੜਦਾ ਤਾਂ ਭਾਰਤ ਨੂੰ ਸ਼ਾਇਦ ਇਹਦਾ ਨੁਕਸਾਨ ਹੋਣਾ ਸੀ। ਉਹ ਬਿਲਕੁਲ ਉਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਹਜੇ ਤੱਕ ਕੀਤਾ ਹੈਗਾ। ਆਉਣ ਵਾਲੇ ਟਾਈਮ 'ਚ ਮੈਨੂੰ ਨਹੀਂ ਪਤਾ ਹੈਗਾ ਕਿ ਉਹ ਕਿਸ ਤਰ੍ਹਾਂ ਮੋਦੀ ਸਾਹਿਬ ਇਹਨੂੰ ਇਸ ਚੀਜ਼ ਨੂੰ ਲੈਣਗੇ, ਕਿਉਂਕਿ ਨਾ ਤਾਂ ਉਹ ਇੰਨਾ ਅਫੋਰਡ ਕਰ ਸਕਦੇ ਨੇ ਕਿ ਰਸ਼ੀਆ ਨੂੰ ਦੇ ਖਿਲਾਫ ਜਾਣ ਉਹਨੂੰ, ਔਰ ਨਾ ਹੀ ਉਹ ਅਫੋਰਡ ਕਰਦੇ ਨੇ ਕਿ US ਦੇ ਖਿਲਾਫ ਜਾਣ, ਕਿਉਂਕਿ ਆਉਣ ਵਾਲੇ ਦਿਨਾਂ ਦੇ ਜਿਹੜੇ ਪਿਛਲੇ 2-4 ਸਾਲ ਨਿਕਲੇ ਨੇ ਇਹਦੇ ਵਿੱਚ ਮੋਦੀ ਸਾਹਿਬ ਨੇ ਬਹੁਤ ਵਧੀਆ ਰਿਲੇਸ਼ਨ US ਗਵਰਨਮੈਂਟ ਦੇ ਨਾਲ ਬਣਾਏ ਨੇ। ਜਦ ਪਹਿਲਾਂ ਟਰੰਪ ਸੀ ਤਦ ਵੀ ਤੇ ਜੋ ਬਾਈਡਨ ਸਾਹਿਬ ਨਾਲ ਵੀ ਉਹ ਬਹੁਤ ਵਧੀਆ ਉਹਨਾਂ ਦੇ ਰਿਲੇਸ਼ਨ ਹੈ ਨੇ। ਲੇਕਿਨ ਇਸ ਚੀਜ਼ ਨੂੰ ਉਹ ਅਣਦੇਖਾ ਨਹੀਂ ਕਰ ਸਕਦਾ ਹੈਗਾ ਕਿ ਲੇਕਿਨ ਜੋ ਟਾਈਮ ਟੈਸਟਡ ਉਹਨਾਂ ਦਾ ਐਲੀ ਹੈ, ਔਰ ਖਾਸ ਕਰ ਉਹਨਾਂ ਉਸ ਖਿੱਤੇ ਵਿੱਚ ਉਹ ਸਾਰੇ ਇਹ ਜਿਹੜੇ ਆਪਣੇ ਸਾਊਥ ਏਸ਼ੀਆ ਜਾਂ ਅਪ ਏਸ਼ੀਆ ਦੇ ਵਿੱਚ ਜਿਹੜੇ ਸਾਰੇ ਕੰਟਰੀ ਹੈ ਨੇ ਉਹਨਾਂ ਦੇ ਵਿੱਚ ਜਿਹੜਾ ਉਹਨਾਂ ਦਾ ਸਭ ਤੋਂ ਟਰਸਟਡ ਪਾਰਟਨਰ ਹੈ ਉਹ ਰਸ਼ੀਆ ਹੀ ਹੈ। ਬਿਲਕੁਲ, ਕਿਉਂਕਿ ਜੇ ਆਪਾਂ ਚਾਈਨਾ ਔਰ ਪਾਕਿਸਤਾਨ ਦੀ ਗੱਲ ਕਰੀਏ ਉਹ ਤਾਂ ਹਮੇਸ਼ਾ ਹੀ ਆਪਣੇ ਨਾਲ ਇੱਦਾਂ ਦੇ ਰਿਲੇਸ਼ਨ ਰਹੇ ਨੇ, ਸਭ ਨੂੰ ਪਤਾ ਹੀ ਹੈ। ਔਰ ਖਾਸ ਕਰ ਜਿਹੜੇ ਸੈਂਟਰਲ ਏਸ਼ੀਆ ਦੇ ਵਿੱਚ ਜਿਹੜੇ ਕੰਟਰੀ ਹੈ ਨੇ, ਜਿਵੇਂ ਈਰਾਨ ਹੈ ਜਾਂ ਅਫਗਾਨਿਸਤਾਨ ਹੈ ਜਾਂ ਫਿਰ ਸੀਰੀਆ, ਔਰ ਫਿਰ ਉਧਰ ਉਹਦੇ ਜਿਹੜੇ ਨਾਲ ਲੱਗਦੇ ਹੈ ਨੇ ਉਹਦੇ, ਉਹ ਸਾਰੇ ਕੰਟਰੀ ਵੀ ਇਹ ਸਾਰਿਆਂ ਨੂੰ ਇੱਕ ਸੋਚਣਾ ਚਾਹੀਦਾ ਹੈਗਾ ਕਿ ਕੀ ਕੱਲ੍ਹ ਨੂੰ ਨੈਟੋ ਹੈ, ਕੱਲ੍ਹ ਨੂੰ ਨੈਟੋ ਕਿਸੇ ਦੀ ਹੈਲਪ ਕਰੇਗਾ। ਇਹ ਨਾ ਹੋਵੇ ਕਿ ਨੈਟੋ ਇੱਕ ਵੱਡਾ ਜਿਵੇਂ ਖਤਰਾ ਬਣ ਕੇ ਸਾਹਮਣੇ ਆਵੇ ਉਹਨਾਂ ਵਾਸਤੇ। ਸਾਹਮਣੇ ਖਤਰਾ ਦੀ ਆਪਾਂ ਗੱਲ ਨਹੀਂ ਕਰ ਸਕਦੇ, ਆਪਾਂ ਇਹ ਕਹਿ ਸਕਦੇ ਹੈਗੇ ਕਿ ਇੱਕ ਵੱਖਵਾਦੀ ਚੀਜ਼ ਹੋ ਜਾਏਗੀ ਉਹ ਚੀਜ਼। ਹੁਣ ਜੇ ਕੋਈ ਵੀ ਬੰਦਾ ਕੱਲ੍ਹ ਨੂੰ ਖੜਾ ਹੋਏਗਾ, ਚਾਹੇ ਉਹ ਆਪਣਾ ਪਰਸਨਲ ਚੀਜ਼ ਵਾਸਤੇ ਕੋਈ ਵੀ ਕੰਟਰੀ ਖੜਾ ਹੋਊਗਾ, ਚਾਹੇ ਕਿਸੇ ਵਾਸਤੇ ਵੀ ਖੜਾ ਹੋਏਗਾ, ਤਾਂ ਉਹ ਤਾਂ ਇਹ ਤਾਂ ਗੱਲ ਹੋਗੀ ਵੀ ਜਿਹਨੂੰ ਨੈਟੋ ਸਪੋਰਟ ਕਰ ਰਹੀ ਹੈ ਤੇ ਜੀ ਉਹੀ ਸਹੀ ਹੈ ਤੇ ਬਾਕੀ ਕੋਈ ਸਹੀ ਨਹੀਂ ਹੈਗਾ। ਚਾਹੇ ਉਹਦੇ ਪਰਸਨਲ ਇੰਟਰਸਟ ਹੈ, ਪਰਸਨਲ ਜਿਹੜੀ ਵੀ ਚੀਜ਼ਾਂ ਹੈਗੀਆਂ ਨੇ ਉਸ ਕੰਟਰੀ ਦੇ ਆਪਣੇ ਜਿਹੜੇ ਇੰਟਰਨਲ ਮਾਮਲੇ ਹੈ ਨੇ ਉਹਨਾਂ ਦਾ ਉਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ, ਮੈਨੂੰ ਲੱਗਦਾ ਇਸ ਚੀਜ਼ ਦਾ। ਬਿਲਕੁਲ ਜੀ, ਤੁਸੀਂ ਦੇਖ ਰਹੇ ਹੋ ਸਟਾਰ ਟਾਕ। ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜਿਹੜਾ ਰਸ਼ੀਆ ਤੇ ਯੂਕਰੇਨ ਦਾ ਮਸਲਾ ਲਗਾਤਾਰ ਭਖਿਆ ਹੋਇਆ ਹੈ। ਰਸ਼ੀਆ ਦੀ ਜੋ ਸਥਿਤੀ ਹੈ ਉਹ ਕਾਫੀ ਮੁਸ਼ਕਲ ਦੇ ਵਿੱਚ ਹੈ, ਕਿਉਂਕਿ ਬਹੁਤ ਸਾਰੇ ਦੇਸ਼ਾਂ ਵੱਲੋਂ ਜਿਹਨਾਂ ਉੱਤੇ ਆਰਥਿਕ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ। ਜੋ ਰਸ਼ੀਆ ਨੂੰ ਲੱਗਦਾ ਸੀਗਾ ਮੈਂ ਚੁਟਕੀ ਦੇ ਨਾਲ ਹੀ ਜਿਹੜਾ ਯੂਕਰੇਨ ਨੂੰ ਜਿੱਤ ਲੈਣਾ, ਉਹ ਸ਼ਾਇਦ ਹੁਣ ਅਸੰਭਵ ਹੁੰਦਾ ਜਾ ਰਿਹਾ, ਉਹ ਸੰਭਵ ਨਹੀਂ ਲੱਗਦਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਸਥਿਤੀ ਹੋਵੇਗੀ ਇਹ ਦੇਖਣ ਵਾਲੀ ਹੋਵੇਗੀ ਕਿ ਜਿਹੜਾ ਊਠ ਕਿਸ ਕਰਵਟ ਬਹਿੰਦਾ ਹੈ। ਪਰ ਹਾਲ ਦੀ ਘੜੀ ਜੋ ਹਾਲਾਤ ਨੇ ਉਹ ਕਾਫੀ ਮੁਸ਼ਕਿਲ ਬਣੇ ਹੋਏ ਨੇ। ਅਮਰੀਕਾ ਵੱਲੋਂ ਤੇ ਜਿਹੜੇ ਨਾਟੋ ਦੇਸ਼ਾਂ ਵੱਲੋਂ ਲਗਾਤਾਰ ਜਿਹੜਾ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ। ਅੱਛਾ ਹਰਕੀਰਤ ਜੀ, ਆਪਾਂ ਜਾਣ ਤੋਂ ਪਹਿਲਾਂ ਇੱਕ ਗੱਲ ਇਹ ਵੀ ਕਰ ਲਈਏ, ਕਿਉਂਕਿ ਯੂਕਰੇਨ ਦੇ ਵਿੱਚ ਭਾਰਤ ਦੇ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਵਿਦਿਆਰਥੀ ਇੰਟਰਨੈਸ਼ਨਲ ਸਟੂਡੈਂਟ ਪੜ੍ਹਨ ਗਏ, ਕਿਹਾ ਜਾ ਰਿਹਾ ਕਿ 20,000 ਦੇ ਨੇੜੇ ਤੇੜੇ ਜਿਹੜੇ ਸਟੂਡੈਂਟ ਨੇ। ਸੋ ਸਰਕਾਰ ਵੱਲੋਂ ਲਗਾਤਾਰ ਜਿਹੜੀ ਭਾਰਤ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਉੱਥੋਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਕੱਢਿਆ ਜਾਵੇ।
ਸਿੱਧੇ ਤੌਰ ਤੇ ਯੂਕਰੇਨ ਤੋਂ ਨਹੀਂ। ਸੋ ਹੁਣ ਜਿਹੜੇ ਨਾਲ ਲੱਗਦੇ ਦੇਸ਼ ਨੇ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਉੱਥੇ ਜਾਓ। ਇਸ ਦੌਰਾਨ ਇਹ ਵੀ ਖਬਰ ਆ ਰਹੀ ਹੈ ਵੀ ਇੱਕ ਜਿਹੜਾ ਇੰਟਰਨੈਸ਼ਨਲ ਵਿਦਿਆਰਥੀ ਉਹਦੀ ਗੋਲੀ ਲੱਗਣ ਨਾਲ ਮੌਤ ਵੀ ਹੋ ਗਈ ਹੈ। ਪਰ ਜੋ ਵੀਡੀਓਜ਼ ਬਾਹਰ ਆ ਰਹੀਆਂ ਨੇ, ਜੋ ਵਿਦਿਆਰਥੀਆਂ ਵੱਲੋਂ ਵੀਡੀਓਜ਼ ਸੋਸ਼ਲ ਮੀਡੀਆ ਤੇ ਪਾਈਆਂ ਗਈਆਂ ਉਹਨਾਂ ਤੋਂ ਇਹ ਲੱਗ ਰਿਹਾ ਵੀ ਜਿਹੜਾ ਭਾਰਤ ਸਰਕਾਰ ਦਾ ਜੋ ਹੈ ਉੱਥੋਂ ਕੱਢਣ ਦਾ ਸਟੂਡੈਂਟਸ ਨੂੰ, ਉਹ ਬੜਾ ਸਲੋ ਹੈ ਜਿਹੜਾ ਹਜੇ ਤੱਕ ਜੋ ਕਾਰਵਾਈ ਕੀਤੀ ਜਾ ਰਹੀ ਹੈ। ਨਹੀਂ ਸਿਮਰ ਜੀ, ਉਹ ਦੇਖੋ ਹਰ ਕੰਟਰੀ ਪੂਰੀ ਕੋਸ਼ਿਸ਼ ਕਰਦਾ ਹੈ ਕਿ ਮੈਂ ਆਪਣੇ ਨਾਗਰਿਕਾਂ ਨੂੰ ਸਹੀ ਸਲਾਮਤ ਤੋਂ ਕੱਢ ਕੇ ਲੈ ਕੇ ਆਈਏ। ਤੁਸੀਂ ਸੋਸ਼ਲ ਮੀਡੀਆ ਦੀ ਗੱਲ ਕੀਤੀ ਹੈ, ਸੋ ਮੈਂ ਇਹ ਸਾਰੀ ਚੀਜ਼ ਨੂੰ ਜਦ ਦੇਖਿਆ, ਇਸ ਚੀਜ਼ ਨੂੰ ਥੋੜਾ ਐਨਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਹੁਣ ਵਰਲਡ ਵਾਸਤੇ ਇੱਕ ਲੈਸਨ ਹੈ ਕਿ ਹੁਣ ਉਹ ਪੁਰਾਣੀਆਂ ਗੱਲਾਂ ਨਹੀਂ ਰਹਿ ਗਈਆਂ ਹੈਗੀਆਂ ਕਿ ਤੁਸੀਂ ਕਿਸੇ ਵੀ ਕੰਟਰੀ ਤੇ ਕਿਵੇਂ ਵੀ ਅਟੈਕ ਕਰ ਸਕਦੇ ਹੈਗੇ ਹੋ। ਇਹ ਇੱਕ ਪ੍ਰੋਕਸੀ ਵਾਰਸ ਹੀ ਚੱਲੀਆਂ ਹੁਣ ਤੱਕ ਚੱਲ ਰਹੀਆਂ ਸੀ, ਜਾਂ ਕੋਲਡ ਵਾਰ ਚੱਲੀ ਆ ਰਹੀ ਸੀ, ਇੱਕ ਦੂਜੇ ਨੂੰ ਸਟੇਬਲ ਕਰਨਾ, ਸੈਂਕਸ਼ਨਸ ਲਾਉਣਾ, ਇਹ ਸਾਰਾ ਕੁਝ ਕਰਕੇ। ਲੇਕਿਨ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮੈਂ ਇੱਕ ਚੀਜ਼ ਸਭ ਨੂੰ, ਇੱਕ ਆਮ ਜਨਤਾ ਨੂੰ ਇਹ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦਾ, ਇੱਕ ਵੈਸੇ ਹੀ ਆਪਾਂ ਇੱਕ ਗੱਲ ਕਰਦੇ ਹੁੰਦੇ ਹੈਗੇ ਕਿ ਇਹ ਸਾਰੀ ਚੀਜ਼ ਤੋਂ ਇੱਕ ਸਿੱਖਿਆ ਸਾਨੂੰ ਲੈਣੀ ਚਾਹੀਦੀ ਹੈਗੀ ਹੈ ਕਿ ਦੇਖੋ ਜਿਹੜਾ ਸਾਡੀਆਂ ਲੋੜਾਂ ਨੇ, ਸਾਡਾ ਕਿਵੇਂ ਹੈ, ਚਾਹੇ ਆਪਣੇ ਕੰਟਰੀ ਵਾਸਤੇ ਅਸੀਂ ਕੀ ਕਰ ਸਕਦੇ ਹੈਗੇ ਆ ਕਿ ਅਸੀਂ ਜੇ ਸਾਡੇ ਆਪਣੇ ਕੰਟਰੀ ਵਾਸਤੇ ਹੀ ਸਟੇਬਲ ਨਹੀਂ ਰੱਖਾਂਗੇ ਤਾਂ ਕੋਈ ਵੀ ਕੱਲ੍ਹ ਨੂੰ ਕੋਈ ਵੀ ਆ ਕੇ ਸਾਡੇ ਤੇ ਸਾਨੂੰ ਡਿਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈਗਾ। ਔਰ ਜੇ ਅਸੀਂ ਖੁਦ ਸਟਰੋਂਗ ਨਹੀਂ ਹੈਗੇ ਆ ਤਾਂ ਜਦ ਤੱਕ ਉਹ ਲੋਕ ਸਾਡੀ ਹੈਲਪ ਨਹੀਂ ਕਰਨਗੇ। ਸੋ ਸਾਨੂੰ ਅਬ ਤੋਂ ਸਵੈ ਨਿਰਭਰ ਹੋਣਾ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਗਿਆ ਹੈਗਾ ਹਰ ਕੰਟਰੀ ਵਾਸਤੇ। ਮੈਂ ਇਕੱਲੇ ਇੱਕ ਕਿਸੇ ਦੀ ਗੱਲ ਨਹੀਂ ਕਰ ਰਿਹਾ ਹੈਗਾ। ਔਰ ਇੱਕ ਵਰਲਡ ਵਾਸਤੇ, ਵਰਲਡ ਲੀਡਰਸ ਵਾਸਤੇ ਵੀ ਇੱਕ ਬਹੁਤ ਇੱਕ ਸਬਕ ਵਾਲੀ ਗੱਲ ਹੋਏਗੀ ਕਿ ਜੇ ਉਹਨਾਂ ਦੇ ਮਨ ਵਿੱਚ ਕਿਤੇ ਵੀ ਇਹ ਗੱਲ ਚੱਲ ਰਹੀ ਹੈਗੀ ਹੈ ਵੀ ਅਸੀਂ ਕਿਸੇ ਵੀ ਕੰਟਰੀ ਨੂੰ ਹੁਣ ਆਸਾਨੀ ਦੇ ਨਾਲ ਡਿਸਟੇਬਲਾਈਜ਼ ਕਰਦੇ ਹਾਂ, ਜਿੱਤ ਲਾਂਗੇ ਜਾਂ ਆਪਣੀ ਮਨਮਾਨੀ ਕਰ ਲਾਂਗੇ, ਉਹ ਵੀ ਨਹੀਂ ਉਹ ਕਰ ਸਕਦੇ ਹੈ। ਸੋ ਦ ਵਰਲਡ ਆਰਡਰ ਹੈਜ਼ ਬੀਨ ਚੇਂਜਡ ਔਰ ਆਉਣ ਵਾਲੇ ਟਾਈਮ ਵਿੱਚ ਹੋਰ ਚੇਂਜ ਹੋ ਜਾਏਗਾ। ਜਦ ਕਿ ਜਿਹੜੀਆਂ ਕਿ ਜਿਹਨੇ ਕਿ ਇਲੈਕਟ੍ਰੋਨਿਕ ਮੀਡੀਆ ਜਾਂ ਹੋਰ ਚੀਜ਼ਾਂ ਜਿਹੜੀਆਂ ਹੈ ਨੇ, ਇਹ ਇੰਨਾ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇ ਸਾਡੇ ਆਉਣ ਵਾਲੇ ਵਰਲਡ, ਈਵਨ ਵਾਰਸ ਵਿੱਚ ਕਿੰਨਾ ਜ਼ਿਆਦਾ ਰੋਲ ਪਲੇ ਕਰ ਰਹੀਆਂ ਨੇ ਸਭ ਚੀਜ਼ ਦੇ ਵਿੱਚ। ਸੋ ਇਹ ਤਾਂ ਹੁਣ ਟਾਈਮ ਦੱਸੇਗਾ ਕਿ ਪੁਤਿਨ ਸਾਹਿਬ ਕੀ ਸਟ੍ਰੈਟਜੀ ਲੈ ਕੇ ਆਉਂਦੇ ਨੇ, ਉਹ ਕਿੰਨਾ ਕੁ ਰਿਟੇਲਡ ਹੋਰ ਅਫੈਂਸਿਵ ਹੋ ਕੇ ਕਰਦੇ ਨੇ, ਬਰੂਟਲ ਹੋ ਕੇ ਕਰਦੇ ਨੇ, ਜਾਂ ਇਸ ਚੀਜ਼ ਨੂੰ ਬੈਕ ਹੈਡ 'ਤੇ ਜਾ ਕੇ ਇਸ ਨੂੰ ਸਮਝੌਤਾ ਕਰਨ ਦੀ ਕੋਸ਼ਿਸ਼ ਕਰਦੇ ਨੇ। ਬਿਲਕੁਲ ਜੀ, ਜਿਵੇਂ ਕਿ ਹਰਕੀਰਤ ਹੋਣਾ ਨੇ ਵੀ ਕਿਹਾ ਵੀ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪੁਤਿਨ ਸਾਹਿਬ ਦੀ ਕੀ ਅਗਲੀ ਜਿਹੜੀ ਸਟ੍ਰੈਟਜੀ ਹੋਵੇਗੀ। ਸੋ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ, ਜ਼ਰੂਰ ਆਪਣੇ ਵਿਚਾਰ ਤੁਸੀਂ ਸਾਡੇ ਤੱਕ ਸਾਂਝੇ ਕਰ ਸਕਦੇ ਹੋ। ਅਗਲੇ ਹਫ਼ਤੇ ਫਿਰ ਤੁਹਾਡੇ ਲਈ ਨਵਾਂ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ ਸਟਾਰ ਟਾਕ ਦਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।